ਮੋਦੀ 'ਤੇ ਇਲਜ਼ਾਮ ਲੱਗੇ ਸੀ ਨਾ ਕਿ ਉਹਨੇ ਪੈਗਸਸ ਸੌਫਟਵੇਅਰ ਨਾਲ ਆਪਦੇ ਜਿਹੜੇ ਸਿਆਸੀ ਵਿਰੋਧੀ ਨੇ ਉਹਨਾਂ ਦੀ ਜਸੂਸੀ ਕਰਵਾਈ ਲੱਗੇ ਸੀ ਨਾ। ਉਸੇ ਤਰਜ਼ ਤੇ ਅਰਵਿੰਦ ਕੇਜਰੀਵਾਲ ਜੀ ਨੇ ਕਰਾਇਆ ਸੀ। ਮੈਨੂੰ ਦੱਸੋ ਫਰਕ ਕਿੱਥੇ ਰਹਿ ਗਿਆ? ਲੋਕ ਕਹਿੰਦੇ ਆ ਵੀ ਇਹ ਬੀ ਪਾਰਟੀ ਹੈ, ਤੇ ਫਿਰ ਕਿਉਂ ਨਾ ਕਿਹਾ ਜਾਵੇ ਇਹਨਾਂ ਨੂੰ ਬੀ ਪਾਰਟੀ? ਪੰਜਾਬ ਦੇ ਵਿੱਚ ਪਿਛਲੇ ਤੁਸੀਂ ਦੇਖਿਆ ਹੋਣਾ 2 ਮਹੀਨੇ ਪਹਿਲਾਂ ਸੰਗਰੂਰ ਦੇ ਵਿੱਚ ਪੱਤਰਕਾਰਾਂ ਦੀ ਪ੍ਰੋਫਾਈਲਿੰਗ ਕੀਤੀ ਜਾ ਰਹੀ ਸੀ। ਪੱਤਰਕਾਰਾਂ ਤੋਂ ਪੁੱਛਿਆ ਯਾਰ ਤੁਸੀਂ ਕਿੱਥੇ ਰਹਿੰਦੇ ਹੋ, ਤੁਹਾਡੇ ਮਾਪਿਓ ਕਿੱਥੇ ਰਹਿੰਦੇ ਨੇ? ਉਦੋਂ ਵੀ ਬੜਾ ਮਸਲਾ ਉਸ 'ਤੇ ਉੱਠਿਆ ਸੀਗਾ ਕਿ ਪੱਤਰਕਾਰਾਂ ਦੀ ਜਸੂਸੀ ਕੀਤੀ ਜਾ ਰਹੀ ਹੈ। ਈਡੀ ਨੇ ਜਿਹੜੀ ਸਪਲੀਮੈਂਟਰੀ ਚਾਰਜਸ਼ੀਟ ਦਾਇਰ ਕੀਤੀ ਹੈ ਉਹਦੇ 'ਚ ਅਰਵਿੰਦ ਕੇਜਰੀਵਾਲ ਜੀ ਨੂੰ ਨਾਮਜ਼ਦ ਕੀਤਾ ਪਹਿਲੀ ਵਾਰੀ। ਦੇਖੋ ਉਹ ਕਹਿੰਦੇ ਵੀ ਸਾਡੇ ਕੋਲ ਸਬੂਤ ਹੈਗੇ ਆ। ਪਹਿਲਾ ਕੇਸ ਹੈ ਜਿਹਦੇ ਵਿੱਚ ਅਰਵਿੰਦ ਕੇਜਰੀਵਾਲ ਜੀ ਲਿੰਕ ਹੋ ਗਏ ਡਾਇਰੈਕਟਲੀ ਚਾਰਜਸ਼ੀਟ ਹੋ ਗਈ, ਤੇ ਮਨੀਸ਼ ਸਿਸੋਦੀਆ ਅਜੇ ਵੀ ਹੋ ਗਏ। ਪਹਿਲਾਂ ਇਹ ਬਚਦੇ ਆ ਰਹੇ ਸੀ ਕੇਸਾਂ ਤੋਂ। 45 ਲੱਖ ਰੁਪਇਆ ਇਹਨਾਂ ਨੇ ਇੱਕ ਪ੍ਰਾਈਵੇਟ ਜੈੱਟ ਤੇ 2 ਦਿਨਾਂ ਦੇ ਵਿੱਚ 1.5 ਦਿਨ ਦੇ ਵਿੱਚ ਖਰਚਿਆ ਸੀਗਾ, ਤੇ ਉਸ ਕਰਕੇ ਇਹਨਾਂ ਨੇ ਜਦੋਂ ਉਹ ਵਾਇਰਲ ਹੋਈਆਂ ਚੀਜ਼ਾਂ ਵੀ ਇਹ ਹੈਲੀਕਾਪਟਰ ਤੋਂ ਵੀ ਉੱਤੇ ਹੁਣ ਪ੍ਰਾਈਵੇਟ ਜੈੱਟ ਵਰਤਣ ਲੱਗ ਗਏ, ਤੇ ਹੁਣ ਉਹ ਦੱਸਦੇ ਨਹੀਂ ਪਏ। ਪਰ ਹੁਣ ਜਦੋਂ ਅਸੀਂ ਆਪਦੀ ਸੋਰਸਿਸ ਦੇ ਥਰੂ ਉਹ ਕਢਾਇਆ, ਤੇ ਇਹਨਾਂ ਨੇ ਹੁਣ ਇੱਕ ਸਾਲ ਦੇ ਲਈ ਪ੍ਰਾਈਵੇਟ ਜੈੱਟ ਦਾ ਟੈਂਡਰ ਕੱਢਿਆ। ਖੜੇ ਦਾ ਵੀ ਖਰਚਾ ਹੈਗਾ, 1.5 ਦਿਨ ਦਾ 45 ਲੱਖ ਰੁਪਏ ਖਰਚਾ। ਤੁਸੀਂ ਦੇਖੋ ਵੀ 1 ਸਾਲ ਦਾ ਕਿੰਨਾ ਬਣ ਜਾਣਾ, ਸਾਰਾ ਤੁਹਾਡੀ ਮੇਰੀ ਜੇਬ 'ਚ ਹੀ ਜਾਣਾ। ਪਲੇਨ ਹੈਗਾ ਇਹ ਭਗਵੰਤ ਮਾਨ ਜੀ ਲਈ ਨਹੀਂ ਹੈਗਾ, ਇਹ ਅਰਵਿੰਦ ਕੇਜਰੀਵਾਲ ਜੀ ਲਈ ਹੈ। ਅਰਵਿੰਦ ਕੇਜਰੀਵਾਲ ਜੀ ਨੂੰ ਅੱਗੇ ਆ ਰਹੀਆਂ ਨੇ 2024 ਦੇ ਵਿੱਚ ਪਾਰਲੀਮੈਂਟਰੀ ਇਲੈਕਸ਼ਨਸ। ਜਦੋਂ ਪਾਰਲੀਮੈਂਟਰੀ ਇਲੈਕਸ਼ਨਸ ਆ ਰਹੀਆਂ ਨੇ ਉਸ ਦੇ ਸੰਬੰਧ ਵਿੱਚ ਅਰਵਿੰਦ ਕੇਜਰੀਵਾਲ ਜੀ ਨੂੰ ਹੋਰ ਸੂਬਿਆਂ ਦੇ ਵਿੱਚ ਜਾਣਾ ਪਊਗਾ ਰੋਜ਼। ਪੰਜਾਬ ਦੇ ਵਿੱਚ ਹਾਲਾਤ ਨੇ ਵੀ ਬਿਜਲੀ ਬੋਰਡ ਨੇ ਪਰਸੋਂ ਇੱਕ ਬੈਂਕ ਤੋਂ ਕਰਜ਼ਾ ਲਿਆ 500 ਕਰੋੜ ਦਾ, ਤਾਂ ਕਿ ਉਹ ਤਨਖਾਹਾਂ ਦੇ ਸਕਣ। ਸਰਕਾਰ ਨੇ ਉਹਨੂੰ ਪੈਸੇ ਹੀ ਨਹੀਂ ਦਿੱਤੇ। ਜਿਹੜੇ ਉਦਘਾਟਨ ਨੇ ਜੀ ਇਹ ਤਾਂ ਮਜ਼ਦੂਰਾਂ ਤੇ ਕਰਵਾਵਾਂਗੇ, ਇਹ ਤਾਂ ਸੰਬੰਧਿਤ ਮਹਿਕਮੇ ਦੇ ਅਫਸਰ ਕਰਨਗੇ, ਹੈ ਨਾ, ਡੀਸੀ ਕਰਨਗੇ, ਜਾਂ ਹੋਰ ਉੱਥੇ ਹੱਥੀਂ ਕਿਹੜੇ ਕੰਮ ਕਰਦੇ ਨੇ ਉਹ ਮਜ਼ਦੂਰ ਕਰਨਗੇ। ਪਰ ਹੁਣ ਇੱਕ ਚਰਚਾ ਛਿੜੀ ਪਈ ਹੈ ਕਿ ਐਮਐਲਏ ਦਾ ਇੱਕ ਘਰ ਵਾਲਾ ਹੀ ਉਦਘਾਟਨ ਕਰ ਗਿਆ। ਦੇਖੋ ਜੀ, ਇਹ ਭਗਵੰਤ ਮਾਨ ਜੀ ਸਰਕਾਰ ਉਹ ਹੈ ਜਿਹੜੀ ਕਿ ਪਹਿਲਾਂ ਵੱਡੀਆਂ ਗੱਲਾਂ ਕਰਦੀ ਹਰ ਇੱਕ ਥਾਂ 'ਤੇ, ਉਦੋਂ ਬਾਅਦ ਕਿਸੇ 'ਤੇ ਵੀ ਖਰੀ ਨਹੀਂ ਉਤਰਦੀ। ਭਗਵੰਤ ਮਾਨ ਜੀ ਨੇ ਕਿਹਾ ਸੀ ਕਿ ਜਿਹੜੇ ਉਦਘਾਟਨ ਹੋਣਗੇ ਉਹ ਮਜ਼ਦੂਰ ਕਰਨਗੇ, ਉਹਨਾਂ ਦੇ ਨਾਂ 'ਤੇ ਮਜ਼ਦੂਰ ਲਿਖੇ, ਪਰ ਮਜ਼ਦੂਰਾਂ ਦੇ ਨਾਂ ਤੁਹਾਨੂੰ ਕਿਤੇ ਦਿਖਦੇ ਨਹੀਂ। ਆਮ ਆਦਮੀ ਪਾਰਟੀ ਦੇ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀਆਂ ਮੁਸ਼ਕਲਾਂ ਹੋਰ ਵਧਦੀਆਂ ਜਾ ਰਹੀਆਂ ਨੇ। ਉਹਨਾਂ ਦੇ ਇੱਕ ਮੰਤਰੀ ਪਹਿਲਾਂ ਹੀ ਜੇਲ੍ਹ ਦੇ ਵਿੱਚ ਨੇ, ਤੇ ਹੁਣ ਸੀਬੀਆਈ ਨੇ ਮਨੀਸ਼ ਸਿਸੋਦੀਆ ਤੇ ਵੀ ਸਕੰਜਾ ਕੱਸ ਲਿਆ, ਕਿਉਂਕਿ ਉਹਨਾਂ ਤੇ ਇਲਜ਼ਾਮ ਲੱਗੇ ਨੇ ਕਿ ਉਹਨਾਂ ਨੇ ਆਪਣੇ ਵਿਰੋਧੀਆਂ ਦੀ ਜਾਸੂਸੀ ਕਰਵਾਈ ਆ। ਇਸ ਮਸਲੇ ਤੇ ਆਪਾਂ ਗੱਲਬਾਤ ਕਰਾਂਗੇ। ਮੇਰੇ ਨਾਲ ਨੇ ਮਾਨਕ ਗੋਇਲ, ਮਾਨਸਾ ਤੋਂ ਆਰਟੀ ਐਕਟਿਵਿਸਟ ਨੇ ਜਿਹੜੇ ਸਿਆਸੀ ਮਸਲਿਆਂ ਨੂੰ ਸਮਝਦੇ ਨੇ। ਗੱਲਬਾਤ ਉਹਨਾਂ ਨਾਲ ਕਰਦੇ ਆ। ਤਾਂ ਮਾਨਕ ਜੀ ਸਵਾਗਤ ਹੈ ਤੁਹਾਡਾ। ਕਰਦੇ ਧੰਨਵਾਦ ਜੀ। ਅੱਛਾ ਮਾਨਕ ਜੀ, ਮਸਲਾ ਕੀ ਆ? ਜਿਸ ਤਰ੍ਹਾਂ ਤੁਸੀਂ ਕੱਲ੍ਹ ਦਾ ਇਹ ਮਸਲਾ ਚੱਕਿਆ ਹੋਇਆ ਕਿ ਹੁਣ ਆਮ ਆਦਮੀ ਪਾਰਟੀ ਜਾਸੂਸੀਆਂ ਤੇ ਆ ਗਈ। ਦੇਖੋ ਜੀ, ਆਮ ਆਦਮੀ ਪਾਰਟੀ ਨੇ ਜਿਹੜੀ ਇੱਕ ਫੀਡਬੈਕ ਯੂਨਿਟ ਬਣਾਈ ਹੈਗੀ 2015 ਦੇ ਵਿੱਚ, ਜਦੋਂ ਆਮ ਆਦਮੀ ਪਾਰਟੀ ਸੱਤਾ ਦੇ ਵਿੱਚ ਆਈ ਹੈ। ਸੀਬੀਆਈ ਨੇ ਦੱਸਿਆ, ਇਹ ਸੀਬੀਆਈ ਦੇ ਹਿਸਾਬ ਨਾਲ ਵੀ ਇਹ ਜਿਹੜੀ ਫੀਡਬੈਕ ਯੂਨਿਟ ਸੀ ਬਣਾਈ ਤਾਂ ਇਸ ਕਰਕੇ ਸੀਗੀ ਕਿ ਜਿਹੜੇ ਅਫਸਰ ਨੇ ਉਹਨਾਂ 'ਤੇ ਨਿਗਾਹ ਰੱਖਣੀ ਕਿ ਕਿਹੜਾ ਬੰਦਾ ਰਿਸ਼ਵਤ ਲੈਂਦਾ, ਕਿਹੜਾ ਬੰਦਾ ਨਹੀਂ। ਪਰ ਇਸ ਦੇ ਉਲਟ ਆਮ ਆਦਮੀ ਪਾਰਟੀ ਨੇ ਜਿਹੜੀ ਉਸ ਫੀਡਬੈਕ ਯੂਨਿਟ ਹੈ, ਜਿਹੜੀ ਉਹ ਏਜੰਸੀ ਬਣਾਈ ਹੈ, ਤੇ ਉਸ ਤੋਂ ਕੰਮ ਇਹ ਲਿਆ ਕਿ ਜਿਹੜੇ ਆਪਦੇ ਵਿਰੋਧੀਆਂ ਦੀਆਂ ਜਿਹੜੀਆਂ ਪੋਲੀਟੀਕਲ ਮੂਵਮੈਂਟਸ ਸੀ, ਜਾਂ ਕੋਈ ਉਹਦੀਆਂ ਆਪਦੇ ਵਿਰੋਧੀਆਂ ਦੀਆਂ ਜਿਹੜੇ ਆਪਣੇ ਰਾਜਨੀਤਿਕ ਵਿਰੋਧੀ ਸੀਗੇ, ਰਾਜਨੀਤਿਕ ਪਾਰਟੀਆਂ ਦੇ ਵਿਰੋਧੀ ਸੀ, ਉਹਨਾਂ ਦੀ ਜਸੂਸੀ ਕਰਾਈ ਕਿ ਇਹ ਕੀ ਕਰਦੇ ਨੇ, ਕਿੱਧਰ ਨੂੰ ਜਾਂਦੇ ਨੇ, ਕਿਵੇਂ ਕਰਦੇ ਨੇ, ਜਿਹੜਾ ਕਿ ਗੈਰ ਕਾਨੂੰਨੀ ਹੈ। ਹੁਣ ਤੁਸੀਂ ਦੇਖੋ ਵੀ ਇਹਨਾਂ ਨੇ ਜਿਹੜੀ ਸੀਬੀਆਈ ਨੇ ਦੱਸਿਆ, ਇਹਨਾਂ ਨੇ 700 ਕੇਸਾਂ ਦੀ ਇਨਵੈਸਟੀਗੇਸ਼ਨ ਕੀਤੀ, ਜਿਸ 'ਚੋਂ 60% ਪੋਲੀਟੀਕਲ ਸੀਗੇ, ਜਿਹੜਾ ਕਿ ਬਿਲਕੁਲ ਗੈਰ ਕਾਨੂੰਨੀ ਹੈ। ਹੁਣ ਤੁਸੀਂ ਦੇਖੋ ਵੀ ਮੋਦੀ 'ਤੇ ਇਲਜ਼ਾਮ ਲੱਗੇ ਸੀ ਨਾ ਕਿ ਉਹਨੇ ਪੈਗਸਸ ਸੌਫਟਵੇਅਰ ਨਾਲ ਆਪਦੇ ਜਿਹੜੇ ਸਿਆਸੀ ਵਿਰੋਧੀ ਨੇ ਉਹਨਾਂ ਦੀ ਜਸੂਸੀ ਕਰਵਾਈ ਲੱਗੇ ਸੀ ਨਾ। ਉਸੇ ਤਰਜ਼ ਤੇ ਅਰਵਿੰਦ ਕੇਜਰੀਵਾਲ ਜੀ ਨੇ ਕਰਾਇਆ ਸੀ। ਮੈਨੂੰ ਦੱਸੋ ਫਰਕ ਕਿੱਥੇ ਰਹਿ ਗਿਆ? ਲੋਕ ਕਹਿੰਦੇ ਆ ਵੀ ਇਹ ਬੀ ਪਾਰਟੀ ਹੈ, ਤੇ ਫਿਰ ਕਿਉਂ ਨਾ ਕਿਹਾ ਜਾਵੇ ਇਹਨਾਂ ਨੂੰ ਬੀ ਪਾਰਟੀ? ਪੰਜਾਬ ਦੇ ਵਿੱਚ ਪਿਛਲੇ ਤੁਸੀਂ ਦੇਖਿਆ ਹੋਣਾ 2 ਮਹੀਨੇ ਪਹਿਲਾਂ ਸੰਗਰੂਰ ਦੇ ਵਿੱਚ ਪੱਤਰਕਾਰਾਂ ਦੀ ਪ੍ਰੋਫਾਈਲਿੰਗ ਕੀਤੀ ਜਾ ਰਹੀ ਸੀ। ਪੱਤਰਕਾਰਾਂ ਤੋਂ ਪੁੱਛਿਆ ਯਾਰ ਤੁਸੀਂ ਕਿੱਥੇ ਰਹਿੰਦੇ ਹੋ, ਤੁਹਾਡੇ ਮਾਪਿਓ ਕਿੱਥੇ ਰਹਿੰਦੇ ਨੇ? ਉਦੋਂ ਵੀ ਬੜਾ ਮਸਲਾ ਉਸ 'ਤੇ ਉੱਠਿਆ ਸੀਗਾ ਕਿ ਪੱਤਰਕਾਰਾਂ ਦੀ ਜਸੂਸੀ ਕੀਤੀ ਜਾ ਰਹੀ ਹੈ। ਉਹੀ ਮੈਂ ਇਹੀ ਦੱਸਣਾ ਚਾਹੁੰਦਾ ਵੀ ਜਿਹੜੀ ਜਸੂਸੀ ਕਰਨੀ ਹੈ, ਇਹੋ ਜਿਹੀਆਂ ਗੱਲਾਂ ਕਰਨੀਆਂ, ਉਹੀ ਤਰਜ਼ ਤੇ ਜਿਹੜੇ ਤਰਜ਼ ਤੇ ਮੋਦੀ ਕਰ ਰਿਹਾ ਉਸੇ ਤਰ੍ਹਾਂ ਤੇ ਕੇਜਰੀਵਾਲ ਕਰ ਰਿਹਾ ਹੈ। ਤੇ ਕਿੱਥੇ ਫਰਕ ਰਹਿ ਗਿਆ? ਫਿਰ ਕੋਈ ਫਰਕ ਨਹੀਂ ਨਾ। ਹਾਂਜੀ। ਅੱਛਾ, ਇਸ ਮਸਲੇ ਤੇ ਹੁਣ ਅੱਗੇ ਹੋ ਕੀ ਰਿਹਾ? ਸੀਬੀਆਈ ਕੀ ਸਟੈਪ ਲੈਣ ਜਾ ਰਹੀ ਹੈ? ਤੇ ਦੇਖੋ ਸੀਬੀਆਈ ਇਹੀ ਐਲਜੀ ਤੋਂ ਪਰਮਿਸ਼ਨ ਲੈ ਰਹੀ ਹੈ ਵੀ ਜਿਹੜਾ ਉਸ ਟਾਈਮ ਜਿਹੜਾ ਵਿਜੀਲੈਂਸ ਦਾ ਹੈੱਡ ਹੈਗਾ ਮਨੀਸ਼ ਸਿਸੋਦੀਆ, ਕਿ ਉਸ 'ਤੇ FIR ਕੀਤੀ ਜਾਵੇ, ਉਹਨੂੰ ਇਹ ਮਸਲੇ ਵਿੱਚ ਲੈ ਕੇ ਜਾਂਚ ਸ਼ੁਰੂ ਕੀਤੀ ਜਾਵੇ, ਤੇ ਜਿਹੜੇ ਵਿੱਚ ਇਹਦੇ ਉਸ ਟਾਈਮ ਦੇ ਅਫਸਰ ਸੀਗੇ ਉਹਨਾਂ 'ਤੇ ਵੀ ਜਾਂਚ ਸ਼ੁਰੂ ਕੀਤੀ ਜਾਵੇ, ਕਿਉਂਕਿ ਉਸ ਟਾਈਮ ਦੇ ਜਿਹੜੇ DIG ਸੀਗੇ ਉਹ ਵਿਜੀਲੈਂਸ ਨੂੰ ਰਿਪੋਰਟ ਕਰਨ ਦੀ ਥਾਂ 'ਤੇ ਡਾਇਰੈਕਟ ਮਨੀਸ਼ ਸਿਸੋਦੀਆ ਨੂੰ ਰਿਪੋਰਟ ਕਰਦੇ ਰਹੇ ਆ। ਜਿਹੜੇ ਸਿਆਸੀ ਵਿਰੋਧੀਆਂ ਦੀ ਗਤੀਵਿਧੀ ਸੀ, ਉਹਨਾਂ ਦੀ ਜਸੂਸੀ ਦੀਆਂ ਰਿਪੋਰਟਾਂ
ਉਹ ਡਾਇਰੈਕਟ ਮਨੀਸ਼ ਸਿਸੋਦੀਆ ਨੂੰ ਮਤਲਬ ਰਿਪੋਰਟ ਕਰਦੇ ਰਹੇ। ਇਸ ਕਰਕੇ ਉਹਨਾਂ ਸਾਰਿਆਂ ਨੇ ਹੁਣ ਮਨੀਸ਼ ਸਿਸੋਦੀਆ ਦੀ ਗ੍ਰਿਫਤਾਰੀ ਮੰਗੀ ਹੈ, ਉਹਦੀ ਜਾਂਚ ਮੰਗੀ ਹੈ ਤੇ ਕੇਸ ਨੂੰ ਅੱਗੇ ਰਜਿਸਟਰ ਕਰਕੇ ਗੱਲ ਅੱਗੇ ਵਧਾਉਣ ਦੀ ਗੱਲ ਕੀਤੀ ਹੈ। ਤੇ ਹੁਣ ਤੁਸੀਂ ਦੇਖੋ ਵੀ ਇਹ ਵੀ ਹੋ ਸਕਦਾ ਜਿਵੇਂ ਹੁਣ ਕੇਜਰੀਵਾਲ ਜੀ ਦੇ ਇੱਕ ਜਿਹੜੇ ਮੰਤਰੀ ਨੇਗੇ ਸਤਿੰਦਰ ਜੈਨ ਜੀ, ਉਹ ਜੇਲ੍ਹ 'ਚ ਨੇਗੇ, ਜਿਨ੍ਹਾਂ ਤੁਹਾਨੂੰ ਦੇਖਿਆ ਹੋਣਾ ਪਿੱਛੇ ਮਾਲਸ਼ ਕਰਾਉਂਦੇ ਦੀਆਂ ਹੋਰ ਵੀ ਜਾਂ ਪੈਸੇ ਲੈਂਦਿਆਂ ਦੀਆਂ ਗੱਲਾਂ ਇਲਜ਼ਾਮ ਲੱਗੇ ਸੀ, ਉਹ ਜੇਲ੍ਹ 'ਚ ਨੇ। ਹੁਣ ਹੋ ਸਕਦਾ ਤੁਸੀਂ ਇੱਕ ਹੋਰ ਕੇਜਰੀਵਾਲ ਜੀ ਦੇ ਮੰਤਰੀ ਨੂੰ ਜੇਲ੍ਹ 'ਚ ਦੇਖੋ ਜਸੂਸੀ ਕਰਨ ਦੀ, ਕਿਉਂਕਿ ਇਹ ਬਿਲਕੁਲ ਇਲੀਗਲ ਹੈ। ਤੁਸੀਂ ਲੀਗਲ ਤੌਰ ਤੇ ਇਹ ਜਸੂਸੀ ਨਹੀਂ ਕਰ ਸਕਦੇ। ਜੇ ਤੁਸੀਂ ਸੱਤਾ ਦੇ ਵਿੱਚ ਆਇਓ, ਤੁਹਾਨੂੰ ਸੱਤਾ ਇਹ ਹੱਕ ਨਹੀਂ ਦਿੰਦੀ ਤੁਸੀਂ ਆਪਣੇ ਸਿਆਸੀ ਵਿਰੋਧੀਆਂ ਜਾਂ ਭਾਰਤ ਦੇ ਵਿੱਚ ਰਹਿੰਦੇ ਵਸਿੰਦਿਆਂ ਦੀ ਜਿਹੜੀ ਹੈਗੀ ਆ ਉਹ ਜਸੂਸੀ ਕਰੋ। ਬਿਲਕੁਲ ਗਲਤ ਹੈ ਇਹ। ਹਾਂਜੀ, ਜੇ ਮਨੀਸ਼ ਸਿਸੋਦੀਆ ਤੋਂ ਪੁੱਛਗਿੱਛ ਹੁੰਦੀ ਆ, ਇਹ ਤਾਂ ਇਸ ਗੱਲ ਦੇ ਜਿਹੜਾ ਸੇਕਾ ਕੇਜਰੀਵਾਲ ਤੱਕ ਵੀ ਪਹੁੰਚ ਸਕਦਾ, ਉਹਨਾਂ ਦਾ ਵੀ ਨਾਂ ਕਿਤੇ ਨਾ ਕਿਤੇ ਸ਼ਾਮਲ ਹੋ ਸਕਦਾ, ਜੋ ਮੰਨ ਜਾਂਦੇ ਨੇ ਕਿ ਹਾਂ ਇਹ ਸਾਰਾ ਕੁਝ ਮਿਲੀ ਭੁਗਤਣਾ ਹੋਇਆ। ਦੇਖੋ ਜੁੜ ਸਕਦੇ ਆ। ਤਾਂ ਹੁਣ ਆਪਾਂ ਨੂੰ ਵੀ ਪਤਾ ਹੈ ਵੀ ਕੇਜਰੀਵਾਲ ਜੀ ਹਰ ਇੱਕ ਚੀਜ਼ ਦੇ ਵਿੱਚ ਆਪਦੇ ਆਪ ਨੂੰ ਬਚਾ ਕੇ ਚੱਲਦੇ ਨੇ। ਉਹ ਆਪਦੇ ਕੋਲ ਕੋਈ ਡਿਪਾਰਟਮੈਂਟ ਨਹੀਂ ਰੱਖਦੇ, ਬਚ ਕੇ ਚੱਲਦੇ ਨੇ, ਛਾਤਰ ਨੇਗੇ। ਪਰ ਦੇਖੋ ਜਿਵੇਂ ਹੁਣ ਇੱਕ ਈਡੀ ਦਾ ਕੇਸ ਹੈਗਾ, ਸ਼ਰਾਬ ਵਾਲਾ ਕੇਸ ਤੁਹਾਨੂੰ ਪਤਾ ਹੋਣਾ ਸ਼ਾਇਦ ਚੱਲਦਾ ਹੈਗਾ, ਉਹਦੇ ਅਰਵਿੰਦ ਕੇਜਰੀਵਾਲ, ਹਾਂਜੀ ਹਾਂ, ਉਹ ਇਸੇ ਤਰੀਕੇ ਨਾਲ ਲਿੰਕ ਜੁੜਨਗੇ ਉਹਨਾਂ ਨਾਲ। ਮਤਲਬ ਇਹ ਤਾਂ ਹੋ ਨਹੀਂ ਸਕਦਾ ਵੀ ਮਨੀਸ਼ ਸਿਸੋਦੀਆ ਜੀ ਬਿਨਾਂ ਅਰਵਿੰਦ ਕੇਜਰੀਵਾਲ ਜੀ ਦੀ ਸਲਾਹ ਨਾਲ ਜਾਂ ਉਹਨਾਂ ਤੋਂ ਬਿਨਾਂ ਪੁੱਛੇ ਉਹ ਇਹ ਕੁਛ ਕਰੀ ਗਏ। ਦਿੱਲੀ 'ਚ ਵੀ ਕਰਦੇ ਰਹੇ, ਪੰਜਾਬ 'ਚ ਵੀ ਜਸੂਸੀ ਦੀਆਂ ਜਿਹੜੀਆਂ ਇਲਜ਼ਾਮ ਲੱਗੇ ਆ, ਤੇ ਇਹ ਕਿਤੇ ਨਾ ਕਿਤੇ ਜੁੜਨਗੇ। ਬਿਨਾਂ ਉਹਨਾਂ ਦੀ ਪਰਮਿਸ਼ਨ ਤੋਂ ਕਿਵੇਂ ਹੋ ਸਕਦਾ, ਤੁਹਾਨੂੰ ਵੀ ਪਤਾ ਹੈ। ਤੇ ਦੂਜਾ ਮੈਂ ਦਿੱਲੀ ਸ਼ਰਾਬ ਘੁਟਾਲੇ ਦੀ ਗੱਲ ਕਰਦਾ, ਉਹਨਾਂ ਦੇ ਵਿੱਚ ਵੀ ਈਡੀ ਨੇ ਇੱਕ ਸਪਲੀਮੈਂਟਰੀ ਜਿਹੜੀ ਚਾਰਜ ਸ਼ੀਟ ਆ ਉਹ ਦਾਇਰ ਕਰ ਦਿੱਤੀ ਹੋਈ ਆ, ਤੇ ਹੁਣ ਉਹਦਾ ਸੇਕ ਵੀ ਹੁਣ ਕੇਜਰੀਵਾਲ ਤੱਕ ਪਹੁੰਚਣ ਵਾਲਾ। ਦੇਖੋ ਈਡੀ ਨੇ ਜਿਹੜੀ ਸਪਲੀਮੈਂਟਰੀ ਚਾਰਜ ਸ਼ੀਟ ਦਾਇਰ ਕੀਤੀ ਆ, ਉਹਦੇ 'ਚ ਅਰਵਿੰਦ ਕੇਜਰੀਵਾਲ ਜੀ ਨੂੰ ਨਾਮਜ਼ਦ ਕੀਤਾ ਪਹਿਲੀ ਵਾਰੀ। ਦੇਖੋ ਉਹ ਕਹਿੰਦੇ ਵੀ ਸਾਡੇ ਕੋਲੇ ਸਬੂਤ ਹੈਗੇ ਆ। ਜਿਹੜੇ ਮੁੱਖ ਆਰੋਪੀ ਨੇਗੇ ਅਰਵਿੰਦ ਕੇਜਰੀਵਾਲ ਜੀ ਦੀ, ਉਹਨਾਂ ਨੇ ਆਪਣੀ ਜਿਹੜੀ ਫੋਨ ਤੇ ਵੀਡੀਓ ਕਾਲ ਕਰਾਈ ਹੈ। ਹੁਣ ਜਦੋਂ ਉਹਨਾਂ ਕੋਲ ਸਬੂਤ ਹੱਥ ਲੱਗੇ, ਉਸ ਤੋਂ ਬਾਅਦ ਉਹਨਾਂ ਨੇ ਕੀਤੀ, ਉਦੋਂ ਬਾਅਦ ਜਾਂਚ 'ਚ ਪਤਾ ਲੱਗੂ ਕੀ ਹੈ। ਪਰ ਪਹਿਲਾ ਕੇਸ ਹੈ ਜਿਹਦੇ ਵਿੱਚ ਅਰਵਿੰਦ ਕੇਜਰੀਵਾਲ ਜੀ ਲਿੰਕ ਹੋ ਗਏ, ਡਾਇਰੈਕਟਲੀ ਚਾਰਜ ਸ਼ੀਟ ਹੋ ਗਈ, ਤੇ ਮਨੀਸ਼ ਸਿਸੋਦੀਆ ਜੀ ਵੀ ਹੋ ਗਏ। ਪਹਿਲਾਂ ਇਹ ਬਚਦੇ ਆ ਰਹੇ ਸੀ ਕੇਸਾਂ ਤੋਂ। ਇਸੇ ਜਿਹੜੇ ਰੋਹ ਦੇ ਵਿੱਚ ਆਪਣੇ ਪੰਜਾਬ ਦੇ ਜਿਹੜੇ ਇੱਕ ਸ਼ਰਾਬ ਦੇ ਵੱਡੇ ਕਾਰੋਬਾਰੀ ਨੇਗੇ, ਉਹਨਾਂ ਦੇ ਬੇਟੇ ਨੂੰ ਵੀ ਕੱਲ ਗ੍ਰਿਫਤਾਰ ਕੀਤਾ ਹੈਗਾ, ਜਿਹਦੇ 'ਚ ਜਿਹੜਾ ਇਹੀ ਦਿੱਲੀ ਸ਼ਰਾਬ ਘੁਟਾਲੇ ਦੀ ਮਨੀ ਲਾਂਡਰਿੰਗ ਜਿਹੜੀ ਵੋਟਾਂ ਵੇਲੇ ਵੀ ਹੋਈ, ਉਦੋਂ ਪਹਿਲਾਂ ਦਿੱਲੀ ਦੀ ਜਿਹੜੀ ਐਕਸਾਈਜ਼ ਪਾਲਿਸੀ ਉਦੋਂ ਬਣਾਈ ਹੈਗੀ, ਉਹਦੇ ਸਾਰੇ ਵਿੱਚ ਜਿਹੜਾ ਪੈਸੇ ਦਾ ਹੇਰ ਫੇਰ ਇੱਧਰ ਉੱਧਰ ਹੋਇਆ, ਉਹਦੇ ਕੇਸ ਦੇ ਵਿੱਚ ਉਹਨਾਂ ਨੂੰ ਗ੍ਰਿਫਤਾਰ ਕੀਤਾ। ਹਾਂਜੀ। ਤੇ ਦੂਜਾ ਮਾਨਕੋਲ ਜੀ, ਤੁਸੀਂ ਜਿਹੜਾ ਪ੍ਰਾਈਵੇਟ ਜੈਟ ਆ ਸਰਕਾਰ ਦਾ, ਪਹਿਲਾਂ ਵੀ ਤੁਸੀਂ ਉਹਦੀ ਆਰਟੀਏ ਪਾ ਕੇ ਉਹਦੀ ਇਨਫੋਰਮੇਸ਼ਨ ਮੰਗੀ, ਤੁਹਾਡੇ ਤੱਕ ਇਨਫੋਰਮੇਸ਼ਨ ਨਹੀਂ ਪਹੁੰਚੀ, ਤੇ ਇੱਕ ਹੋਰ ਜੈਟ ਦੇ ਜਿਹੜੇ ਚਰਚੇ ਨੇ ਕਿ ਟੈਂਡਰ ਕੱਢਿਆ ਗਿਆ, ਉਹ ਮਸਲਾ ਕੀ ਆ? ਦੇਖੋ ਪਹਿਲਾਂ ਇਹਨਾਂ ਤੋਂ ਇਹੀ ਪੁੱਛਿਆ ਸੀਗਾ ਵੀ ਭਗਵੰਤ ਮਾਨ ਜੀ ਜਿਹੜਾ ਸਫ਼ਰ ਕਰਦੇ ਪਏ ਆ, ਜਿਹੜਾ ਕਰ ਚੁੱਕੇ ਆ, ਉਹਦੀ ਸਾਨੂੰ ਜਾਣਕਾਰੀ ਦਿਓ, ਜਿਹੜਾ ਕਿ ਸਾਡੇ ਕੋਲੇ ਲੀਗਲ ਹੱਕ ਹੈ ਆਰਟੀਏ ਮੰਗਣ ਦਾ, ਜਿਹੜੀ ਉਹ ਸਫ਼ਰ ਕਰ ਚੁੱਕੇ ਆ। ਪਰ ਇਹਨਾਂ ਨੇ ਜਾਣ ਬੁੱਝ ਕੇ ਮਿਲੀ ਭੁਗਤ ਨਾਲ ਇਹ ਕਹਿ ਦਿੱਤਾ ਕਿ ਇਹ ਸੁਰੱਖਿਆ ਦਾ ਮਸਲਾ ਅਸੀਂ ਨਹੀਂ ਦੱਸ ਸਕਦੇ। ਹੁਣ ਜਿਹੜਾ ਸੁਰੱਖਿਆ ਜਿਹੜੇ ਭਗਵੰਤ ਮਾਨ ਜੀ ਜਾ ਆਏ, ਜਿੱਥੇ ਜਹਾਜ਼ ਚੱਲ ਚੁੱਕਿਆ, ਉਹਦਾ ਕੀ ਸੁਰੱਖਿਆ ਦਾ ਮਸਲਾ? ਬੇਸਿਕਲੀ ਕਾਰਟੀ ਬਾਹਰ ਆਈ ਸੀ ਸਾਡੀ, ਉਹਦੇ 'ਚ 45 ਲੱਖ ਰੁਪਇਆ ਇਹਨਾਂ ਨੇ ਇੱਕ ਪ੍ਰਾਈਵੇਟ ਜੈਟ ਦੇ 2 ਦਿਨਾਂ ਦੇ ਵਿੱਚ, 1.5 ਦਿਨ ਦੇ ਵਿੱਚ ਖਰਚਿਆ ਸੀਗਾ। ਤੇ ਉਸ ਕਰਕੇ ਇਹਨਾਂ ਨੇ ਜਦੋਂ ਉਹ ਵਾਇਰਲ ਹੋਈਆਂ ਚੀਜ਼ਾਂ ਵੀ ਇਹ ਹੈਲੀਕਾਪਟਰ ਤੋਂ ਵੀ ਉੱਤੇ ਹੁਣ ਪ੍ਰਾਈਵੇਟ ਜੈਟ ਵਰਤਣ ਲੱਗ ਗਏ, ਤੇ ਹੁਣ ਉਹ ਦੱਸਦੇ ਨਹੀਂ ਪਏ। ਪਰ ਹੁਣ ਜਦੋਂ ਅਸੀਂ ਆਪਦੀ ਸੋਰਸਿਸ ਦੇ ਥਰੂ ਉਹ ਕਢਾਇਆ, ਤਾਂ ਇਹਨਾਂ ਨੇ ਹੁਣ ਇੱਕ ਸਾਲ ਦੇ ਲਈ ਪ੍ਰਾਈਵੇਟ ਜੈਟ ਦਾ ਟੈਂਡਰ ਕੱਢਿਆ। ਹੈਗਾ, ਇਹਨਾਂ ਨੇ ਕਿਹਾ ਵੀ ਸਾਨੂੰ VIP ਲੋਕਾਂ ਦੇ ਲਈ ਇੱਕ 10 ਸੀਟਾਂ ਵਾਲਾ ਵੱਡਾ ਪ੍ਰਾਈਵੇਟ ਜੈਟ ਚਾਹੀਦਾ, ਫਿਕਸਡ ਵਿੰਗ ਪਲੇਨ ਕਹਿੰਦੇ ਆ ਜਿਹਨੂੰ, ਤੇ ਉਹ 1 ਸਾਲ ਦੇ ਲਈ ਚਾਹੀਦਾ। ਨਾਲ ਹੀ ਇਹਨਾਂ ਨੇ ਇੱਕ ਪਾਇਲਟ ਦੀ ਭਰਤੀ ਕੱਢੀ ਹੈ, ਜਿਹਦੀ 4 ਲੱਖ ਰੁਪਏ ਤਨਖਾਹ ਤੇ ਨਾਲ ਹੋਰ 50,000 ਦੇ ਭੱਤੇ ਨੇ। ਮਤਲਬ ਤੁਸੀਂ ਇਹ ਦੇਖੋ ਵੀ ਅੱਗੇ ਕੀ ਹੈ, 1 ਸਾਲ ਦੀ ਕਿਉਂ? ਪੰਜਾਬ ਦੇ ਵਿੱਚ ਤਾਂ ਜੈਟ ਚੱਲਦਾ ਨਹੀਂ, ਪੰਜਾਬ ਦੇ ਵਿੱਚ ਤਾਂ ਇਹਨੂੰ ਉਤਰਨ ਲਈ ਦੇਖੋ 에ਅਰਪੋਰਟ ਦੀ ਲੋੜ ਹੈ, ਰਨਵੇ ਦੀ ਲੋੜ ਹੈ। ਪੰਜਾਬ ਦੇ ਵਿੱਚ ਤਾਂ ਉਹੀ ਲੁਧਿਆਣਾ ਤੇ ਮੋਹਾਲੀ ਉਹੀ ਆ, ਤੇ ਛੋਟਾ ਜਿਹਾ ਪੰਜਾਬ ਹੈ। ਪੰਜਾਬ ਦੇ ਵਿੱਚ ਤਾਂ ਜੈਟ ਦਾ ਕੋਈ ਕੰਮ ਨਹੀਂ। ਇੱਥੇ ਤਾਂ ਪੁਰਾਣੀਆਂ ਸਰਕਾਰਾਂ ਜਿਵੇਂ ਹੈਲੀਕਾਪਟਰ ਵਰਤਦੀਆਂ ਰਹੀਆਂ ਸੀਗੀਆਂ, ਉਹੀ ਵਰਤਿਆ ਜਾ ਸਕਦਾ ਸੀਗਾ। ਪਰ ਇਹ ਹੈਲੀਕਾਪਟਰ ਜਿਹੜਾ ਹੈਗਾ, ਜਿਹੜਾ ਪਲੇਨ ਹੈਗਾ, ਇਹ ਭਗਵੰਤ ਮਾਨ ਜੀ ਲਈ ਨਹੀਂ ਹੈਗਾ, ਇਹ ਅਰਵਿੰਦ ਕੇਜਰੀਵਾਲ ਜੀ ਲਈ ਹੈ। ਅਰਵਿੰਦ ਕੇਜਰੀਵਾਲ ਜੀ ਨੂੰ ਅੱਗੇ ਆ ਰਹੀਆਂ ਨੇ 2024 ਦੇ ਵਿੱਚ ਪਾਰਲੀਮੈਂਟਰੀ ਇਲੈਕਸ਼ਨਸ। ਜਦੋਂ ਪਾਰਲੀਮੈਂਟਰੀ ਇਲੈਕਸ਼ਨਸ ਆ ਰਹੀਆਂ ਨੇ, ਉਸ ਦੇ ਸੰਬੰਧ ਵਿੱਚ ਅਰਵਿੰਦ ਕੇਜਰੀਵਾਲ ਜੀ ਨੂੰ ਹੋਰ ਸੂਬਿਆਂ ਦੇ ਵਿੱਚ ਜਾਣਾ ਪਊਗਾ ਰੋਜ਼, ਕਦੇ ਗੁਜਰਾਤ ਦੇ ਵਿੱਚ, ਕਦੇ ਹਿਮਾਚਲ ਦੇ ਵਿੱਚ, ਕਦੇ ਉੱਤਰਾਖੰਡ ਦੇ ਵਿੱਚ। ਉਹਨਾਂ ਲਈ ਉਸ ਲਈ ਆਪਦੇ ਜਿਹੜੇ ਕੀ ਕਹਿੰਦੇ ਹੁੰਦੇ ਲਗਜ਼ਰੀ, ਆਪਣੀ ਜਿਹੜੀ ਆਪਣੇ ਆਰਾਮ ਦੇ ਸਾਧਨਾਂ ਨਾਲ ਵੀ ਅਸੀਂ ਜਾ ਸਕੀਏ, ਉਹ ਪੰਜਾਬ ਦੇ ਖਰਚੇ ਤੇ ਉਹ ਜਹਾਜ਼ ਲਿਆ ਜਾ ਰਿਹਾ। ਇਹ ਵੀ ਗੱਲ ਆ ਨਾ ਕਿ 10 VIP ਲੋਕ ਹੀ ਕਿਉਂ? ਪੰਜਾਬ ਦੇ ਜੇ CM ਨੇ ਜਾਣਾ ਤਾਂ ਉਹਨਾਂ ਨਾਲ ਕਿੰਨੇ ਕੁ ਜਾਣੇ ਹੋਣਗੇ? 1 ਹੋਣਗੇ, 2 ਹੋਣਗੇ, 4 ਹੋਣਗੇ, ਤਾਂ 10 ਇਹ ਤਾਂ ਸਿੱਧਾ ਹੀ ਸੰਕੇਤ ਆ ਨਾ ਕਿ ਹੋਰ ਕੋਈ ਬਾਹਰਲੇ ਹੋ ਸਕਦੇ ਪੰਜਾਬ ਤੋਂ। ਦੇਖੋ ਪੰਜਾਬ ਦੇ ਜਿਹੜੇ ਪੰਜਾਬ ਦੇ CM ਨੇ ਕਦੇ ਅੱਜ ਤੱਕ ਇੱਦਾਂ ਜਿਹੜਾ ਪ੍ਰਾਈਵੇਟ ਜੈਟ ਹੈ ਉਹ ਕਦੇ ਇੱਦਾਂ ਕਿਰਾਏ ਤੇ ਨਹੀਂ ਲਿਆ, ਕਿਉਂਕਿ ਪੰਜਾਬ ਦੇ ਲੋਕਾਂ ਨੂੰ ਲੋੜ ਹੀ ਨਹੀਂ ਸੀ। ਪੰਜਾਬ ਦੇ ਜਿਹੜੇ CM ਨੇ ਉਹ ਪੁਰਾਣੇ ਚੰਗੇ ਮਾੜੇ, ਤੁਹਾਨੂੰ
ਜਿੱਦਾਂ ਦੇ ਵੀ ਲੱਗਣ, ਉਹਨਾਂ ਨੇ ਕਦੇ ਵੀ ਇਦਾਂ ਜੈਟ ਕਿਰਾਏ ਤੇ ਨਹੀਂ ਲਿਆ, ਕਿਉਂਕਿ ਇਹਦਾ ਰੋਜ਼ ਦਾ ਖਰਚਾ ਮਤਲਬ ਲੱਖਾਂ ਦਾ ਹੈਗਾ। ਜੇ ਤੁਸੀਂ ਖੜੇ ਦਾ ਵੀ ਖਰਚਾ ਹੈਗਾ, ਡੇਢ ਦਿਨ ਦਾ 45 ਲੱਖ ਰੁਪਏ ਖਰਚਾ, ਤੁਸੀਂ ਦੇਖੋ ਵੀ ਇੱਕ ਸਾਲ ਦਾ ਕਿੰਨਾ ਬਣ ਜਾਣਾ, ਸਾਰਾ ਤੁਹਾਡੀ ਮੇਰੀ ਜੇਬ 'ਚ ਹੀ ਜਾਣਾ। ਇਹ ਵੀ ਉਦੋਂ ਜਦੋਂ ਆਪਣੇ ਕੋਲੇ ਆਲਰੇਡੀ ਪੰਜਾਬ ਸਰਕਾਰ ਕੋਲੇ ਇੱਕ ਆਪਦਾ ਹੈਲੀਕਾਪਟਰ ਹੈਗਾ, ਉਹਨੂੰ ਛੱਡ ਕੇ ਉਹ ਵੀ ਚੰਗਾ ਲੱਗਣੋਂ ਹਟ ਗਿਆ। ਹੁਣ ਪਹਿਲਾਂ ਤੁਸੀਂ ਕਹਿੰਦੇ ਸੀਗੇ ਵੀ ਕੈਪਟਨ ਅਮਰਿੰਦਰ ਨੂੰ ਕਹਿੰਦੇ ਸੀ ਵੀ ਉਹ ਹੈਲੀਕਾਪਟਰ ਚਲਾਉਂਦੇ ਆ, ਇੱਦਾਂ ਰੋਜ਼ ਚਲਾਉਂਦੇ ਆ, ਚੰਨੀ ਚਲਾਉਂਦਾ, ਬਾਦਲ ਚਲਾਉਂਦੇ ਆ, ਪਰ ਤੁਸੀਂ ਤਾਂ ਹੁਣ ਹੈਲੀਕਾਪਟਰ ਨੂੰ ਛੱਡ ਕੇ ਇੱਕ ਬੜੇ ਮਹਿੰਗੇ ਭਾਅ ਦਾ ਜਿਹੜਾ ਜਹਾਜ਼ ਹੈ ਉਹ ਲੈਣ ਜਾ ਰਹੇ ਹੋ। ਮਤਲਬ ਜੇ ਕਹਿ ਲਈਏ ਤਾਂ ਪੰਜਾਬ ਤੋਂ ਜਿਹੜੇ ਬਾਹਰਲੇ ਲੋਕ ਨੇ ਜਾਂ ਆਮ ਆਦਮੀ ਪਾਰਟੀ ਦੇ ਨਾਲ ਸੰਬੰਧਿਤ, ਕੇਜਰੀਵਾਲ ਜਿਵੇਂ ਤੁਸੀਂ ਕਹਿ ਰਹੇ ਹੋ ਜਾਂ ਕੋਈ ਵੀ ਹੋਰ, ਮਤਲਬ ਉਹਨਾਂ ਦੇ ਝੂਟਿਆਂ ਦਾ ਖਰਚਾ ਹੁਣ ਪੰਜਾਬ ਚੱਲਣ ਲਈ ਤਿਆਰ ਰਹੇ। ਨਹੀਂ, ਬਿਲਕੁਲ ਉਹਨਾਂ ਦਾ ਹੀ ਖਰਚਾ। ਪੰਜਾਬ ਨੂੰ ਤਾਂ ਦੇਖੋ ਜਦੋਂ ਅੱਜ ਤੱਕ ਨਹੀਂ ਲੋੜ ਪਈ ਪੰਜਾਬ ਦੇ ਮੁੱਖ ਮੰਤਰੀ ਨੂੰ, ਤੇ ਹੁਣ ਕਿਵੇਂ ਪਊਗੀ? ਹੁਣ ਵੀ ਸਰ ਸਕਦਾ। ਪਹਿਲਾਂ ਜੇ ਕਦੇ ਸਾਲ 'ਚ ਅੱਧੀ ਵਾਰੀ ਕਿਤੇ ਜਾਣਾ ਹੁੰਦਾ ਸੀ ਤੇ ਉਹ ਆਮ ਜਹਾਜ਼ ਦੀ ਯੂਜ਼ ਕਰਦੇ ਸੀਗੇ, ਉਹ 'ਚ ਵੱਧੋ ਵੱਧ ਤੁਸੀਂ ਟਿਕਟ ਮਹਿੰਗੀ ਲੈ ਲਓ, ਪਰ ਇਦਾਂ ਤੁਸੀਂ ਪੱਕਾ ਹੀ ਜਹਾਜ਼ ਤਾਂ ਕਦੇ ਕਿਸੇ ਨੇ ਲਿਆ ਹੀ ਨਹੀਂ ਸੀਗਾ। ਇਹ ਸਿੱਧਾ ਸਾਫ਼ ਸੰਕੇਤ ਹੈ ਵੀ ਜਿਹੜਾ ਇਹ ਪਾਰਟੀ ਨੂੰ, ਜਿਹੜਾ ਇਹਨਾਂ ਦੀ ਅਰਵਿੰਦ ਕੇਜਰੀਵਾਲ ਨੂੰ ਅੱਗੇ ਪਾਰਲੀਮੈਂਟਰੀ ਇਲੈਕਸ਼ਨਸ ਆ ਰਹੀਆਂ ਨੇ ਜਿਹੜੀਆਂ, ਉਹਦੇ ਲਈ ਇਹ ਜਹਾਜ਼ ਦੀ ਲੋੜ ਹੈਗੀ। ਉਹਨਾਂ ਨੇ ਸਾਰੇ ਸੂਬਿਆਂ ਦੇ ਵਿੱਚ ਜਾਣਾ ਪੰਜਾਬ ਦੇ ਖਰਚੇ ਤੇ ਉਹਦੇ ਲਈ ਇਹ ਜਹਾਜ਼ ਲਿਆ ਜਾ ਰਿਹਾ। ਉਹਦੇ ਉਸੇ ਤਰਜ਼ ਤੇ ਹੀ ਇਹ ਜਿਹੜੇ ਪਾਇਲਟ ਨਵੇਂ ਭਰਤੀ ਕੀਤੇ ਜਾ ਰਹੇ ਨੇ, ਜਿਹੜਾ ਕਿ ਬੜਾ ਸ਼ਰਮਨਾਕ ਹੈ। ਤੇ ਤੁਹਾਨੂੰ ਪਤਾ ਹੋਣਾ ਵੀ ਪੰਜਾਬ ਇੱਕ ਉਹ ਸੂਬਾ ਜਿਹੜਾ ਕਿ ਕਰਜ਼ਿਆਂ ਦੇ ਵਿੱਚ ਡੁੱਬਿਆ ਹੋਇਆ ਹੈ। ਮਤਲਬ ਇਸ ਤਰੀਕੇ ਦੇ ਪੰਜਾਬ ਦੇ ਵਿੱਚ ਹਾਲਾਤ ਨੇ ਵੀ ਬਿਜਲੀ ਬੋਰਡ ਨੇ ਪਰਸੋਂ ਇੱਕ ਬੈਂਕ ਤੋਂ ਕਰਜ਼ਾ ਲਿਆ 500 ਕਰੋੜ ਦਾ, ਤਾਂ ਕਿ ਉਹ ਤਨਖਾਹਾਂ ਦੇ ਸਕਣ। ਸਰਕਾਰ ਇਹਨਾਂ ਨੂੰ ਪੈਸੇ ਹੀ ਨਹੀਂ ਦਿੱਤੇ। ਮਤਲਬ ਇਸੇ ਤਰੀਕੇ ਨਾਲ ਹੋਰ ਡਿਪਾਰਟਮੈਂਟਾਂ ਦਾ ਬੁਰਾ ਹਾਲ ਹੈ। ਹੁਣ ਤੱਕ ਪੰਜਾਬ ਸਰਕਾਰ ਕਿੰਨਾ ਕੁ ਟਾਈਮ ਹੋਇਆ, 10 ਮਹੀਨੇ ਹੋਏ, 10 ਮਹੀਨੇ 'ਚ ਕਰੀਬ 35,000 ਕਰੋੜ ਦਾ ਕਰਜ਼ਾ ਪੰਜਾਬ ਸਰਕਾਰ ਲੈ ਚੁੱਕੀ ਹੈ, ਜਿਹਦੇ 'ਚ ਵੱਡੀ ਰਕਮ ਇੱਦਾਂ ਹੀ ਮਤਲਬ ਪ੍ਰਚਾਰ ਤੇ ਐਡਵਰਟਾਈਜ਼ਮੈਂਟ ਤੇ ਇਸ਼ਤਿਹਾਰਬਾਜ਼ੀ ਤੇ ਖਰਾਬ ਕੀਤੀ ਇਹਨਾਂ ਨੇ। ਕੋਈ ਹੋਰ ਵੱਡੀ ਲੋਕਾਂ ਨੂੰ ਰਾਹਤ ਦਾ ਕੰਮ ਨਹੀਂ ਕੀਤਾ। ਬਿਲਕੁਲ, ਕਿਉਂਕਿ ਜਿਹੜੇ ਅਫਸਰ ਇਸ਼ਤਿਹਾਰ ਦੇ ਪੈਸੇ ਦੇਣ ਤੋਂ ਮਨਾ ਕਰ ਦਿੰਦੇ ਨੇ ਤਾਂ ਉਹ ਤਾਂ ਅਫਸਰ ਵੀ ਬਦਲ ਦਿੱਤੇ ਜਾਂਦੇ ਨੇ, ਆਪਾਂ ਪਿਛਲੇ ਦਿਨੀ ਦੇਖਿਆ। ਤੇ ਅਗਲੀ ਗੱਲ ਮੈਂ ਮਾਨਕ ਜੀ ਕਰੂੰਗਾ ਕਿ PSPCL ਨੇ ਆਪਣਾ ਬਕਾਇਆ ਮੰਗਿਆ ਪੰਜਾਬ ਸਰਕਾਰ ਤੋਂ, ਤੇ ਸਾਡੇ ਵਿੱਤ ਮੰਤਰੀ ਸਾਹਿਬ ਕਹਿੰਦੇ ਨੇ, ਹਰਪਾਲ ਚੀਮਾ ਜੀ, ਉਹ ਕਹਿੰਦੇ ਨੇ ਅਸੀਂ ਤਾਂ ਕਿਸੇ ਨੂੰ ਪੰਜੀ ਨਹੀਂ ਦੇਣੀ ਜੀ। ਦੇਖੋ PSPCL ਜਿਹੜਾ ਆਪਣਾ ਪੰਜਾਬ ਬੋਰਡ ਕਹਿ ਦਿੰਦੇ ਕਈ ਲੋਕ, ਹੈ ਨਾ, ਤੇ ਉਹ PSPCL ਬੇਸਿਕਲੀ ਉਹਦੇ 'ਚ ਜਿਹੜੇ ਇੰਜੀਨੀਅਰ ਨੇ, ਵੱਡੇ ਅਫਸਰ ਨੇ, ਉਹਨਾਂ ਦੀ ਇੱਕ ਐਸੋਸੀਏਸ਼ਨ ਬਣੀ ਹੋਈ ਆ। ਉਹਨਾਂ ਨੇ ਬਕਾਇਦਾ ਭਗਵੰਤ ਮਾਨ ਜੀ ਨੂੰ ਲਿਖ ਕੇ ਦਿੱਤਾ ਹੈਗਾ, ਚਿੱਠੀ ਲਿਖੀ ਹੈ, ਬਕਾਇਦਾ ਚਿੱਠੀ ਲਿਖੀ ਹੈ, ਤੇ ਮੈਂ ਟਵਿੱਟਰ 'ਤੇ ਵੀ ਰਿਲੀਜ਼ ਕੀਤੀ ਸੀ। ਤੇ ਉਹਦੇ 'ਚ ਉਹਨਾਂ ਨੇ ਦੱਸਿਆ ਕਿ 19,000 ਕਰੋੜ ਦਾ ਤਾਂ ਸਿਰਫ ਸਬਸਿਡੀ ਦਾ 2022-23 ਦਾ ਆਪਣਾ 21-22 ਦਾ ਸੌਰੀ ਜਿਹੜਾ ਖਰਚਾ 22-23 ਦਾ, ਥੋੜਾ 22-23 ਦਾ 2022-23 ਦਾ ਖਰਚਾ 19,000 ਕਰੋੜ ਹੈ। ਇਸੇ ਤਰੀਕੇ 2,500 ਕਰੋੜ ਰੁਪਈਆ ਜਿਹੜੇ ਡਿਪਾਰਟਮੈਂਟ ਦੇ ਵੱਖ-ਵੱਖ ਉਹਨਾਂ ਦਾ ਰਹਿੰਦਾ। ਇਸ ਤਰੀਕੇ ਨਾਲ ਕਰੀਬ 25,000 ਕਰੋੜ ਦਾ ਜਿਹੜਾ ਬਕਾਇਆ, ਜਿਹੜਾ ਸਬਸਿਡੀ ਦਾ, ਹੋਰ ਖਰਚਿਆਂ ਦਾ, ਬਿੱਲਾਂ ਦਾ ਪੰਜਾਬ ਸਰਕਾਰ ਬੰਨੀ ਪੈਂਡਿੰਗ ਪਿਆ PSPCL ਦਾ। ਉਹ ਕਹਿੰਦੇ ਵੀ ਅਸੀਂ ਜਿਹੜਾ ਤੁਸੀਂ ਇਹ ਪੋਲੀਟੀਕਲ ਬੈਨੀਫਿਟਸ ਕਰਕੇ ਬਿਜਲੀ ਵਾਲਾ ਸਿਸਟਮ ਕੀਤਾ ਹੈ, ਇਹਦੇ ਨਾਲ ਇੰਨੀ ਜ਼ਿਆਦਾ ਖਪਤ ਵੱਧ ਗਈ ਹੈ, ਅਸੀਂ ਬਾਹਰੋਂ ਮਹਿੰਗੀ ਬਿਜਲੀ ਲੈ ਕੇ ਪੂਰੀ ਕਰਦੇ ਪਏ ਹਾਂ ਸਰਦੀਆਂ ਦੇ ਵਿੱਚ। ਸਾਡੇ ਹੱਥ ਖੜੇ ਆ, ਅਸੀਂ ਨਹੀਂ ਪੂਰੀ ਕਰ ਸਕਦੇ ਅੱਗੇ ਝੋਨੇ ਵੇਲੇ ਤੇ ਗਰਮੀਆਂ ਵੇਲੇ ਬਿਜਲੀ ਸਾਡੇ ਤੋਂ ਨਹੀਂ ਪੂਰੀ ਹੋਣੀ, ਨਾ ਹੀ ਸਾਡੇ ਕੋਲੇ ਪੈਸੇ ਆ। ਅਸੀਂ ਤਾਂ ਬੈਂਕਾਂ ਤੋਂ ਕਰਜ਼ਾ ਲੈ ਚਲਾਈ ਜਾਂਦੇ ਆ। ਉਹਨਾਂ ਨੇ ਅਗਲੇ ਦਿਨ ਹੀ 500 ਕਰੋੜ ਦਾ ਕਰਜ਼ਾ ਮੈਂ ਦੱਸਿਆ ਵੀ ਲੈ ਕੇ ਆਪਦੀਆਂ ਤਨਖਾਹਾਂ ਦਿੱਤੀਆਂ ਨੇ। ਜਿਹੜੇ ਟਾਈਮ ਤੇ ਇੰਨਾ ਮਾੜਾ ਹਾਲ ਹੋਵੇ, ਉਸ ਟਾਈਮ ਤੇ ਐਡੇ ਐਡੇ ਜਹਾਜ਼ਾਂ ਤੇ ਇੰਨੇ ਜ਼ਿਆਦਾ ਮਤਲਬ ਇਸ਼ਤਿਹਾਰਬਾਜ਼ੀ ਤੇ ਇਹਨਾਂ ਦੇ ਫਾਲਤੂ ਖਰਚੇ ਕਰਨ ਦਾ ਕੀ ਮਤਲਬ ਬਣਦਾ ਹੈ? ਤੁਸੀਂ ਜਿਹੜੇ ਖਰਚੇ ਕਰਨੇ ਆ ਉਹ ਦੇਖ ਕੇ ਕਰੋ। ਕੋਈ ਰੈਵਨਿਊ ਜਨਰੇਟ ਕਿਸੇ ਪਾਸੇ ਹੋ ਨਹੀਂ ਰਿਹਾ, ਕੋਈ ਰੇਤੇ ਵਾਲੀ ਪਾਲਿਸੀ ਨਹੀਂ ਹਜੇ ਤੱਕ ਕੋਈ ਸਾਹਮਣੇ ਆਈ ਪ੍ਰੋਪਰ, ਜਿਹੜੀ ਹੁਣ ਤੱਕ ਜਿਹੜੇ ਪਿਛਲੇ ਆਪਣੇ ਹਰਜੋਤ ਬੈਂਸ ਜੀ ਸੀਗੇ ਉਹ ਗੱਲਾਂ ਕਰਦੇ ਰਹਿ ਗਏ, ਮਤਲਬ ਇੰਨਾ ਮਹਿੰਗਾ ਰੇਤਾ ਵਿਕੀ ਗਿਆ ਹੈਗਾ। ਹੁਣ ਚਲੋ ਕਹਿੰਦੇ ਆ ਵੀ ਕੋਈ ਪਾਲਿਸੀ ਬਣਾਈ ਹੈਗੀ, ਜਦੋਂ ਉਹ ਚੱਲੂਗੀ ਲੋਕਾਂ ਨੂੰ ਕੋਈ ਰਾਹਤ ਮਿਲੂਗੀ ਤਾਂ ਉਹਦੀ ਪ੍ਰਸ਼ੰਸਾ ਵੀ ਕਰਾਂਗੇ ਜੇ ਕੋਈ ਚੰਗੀ ਹੋਈ। ਉਸੇ ਤਰਜ਼ ਤੇ ਕੋਈ ਇਹਨਾਂ ਨੇ ਜਿਹੜੀ ਸ਼ਰਾਬ ਪਾਲਿਸੀ ਸੀ, ਜਿਹੜੀ ਐਕਸਾਈਜ਼ ਪਾਲਿਸੀ ਸੀ, ਉਹ ਵੀ CBI ਦੇ ਰਡਾਰ ਥੱਲੇ ਆਪਣਾ ਕਮਿਸ਼ਨਰ ਫੜਿਆ ਸੀਗਾ। ਉਹ ਸਾਰਾ ਸਿਸਟਮ ਪੈਸਾ ਕਿਸੇ ਪਾਸੇ ਆ ਨਹੀਂ ਰਿਹਾ। ਖਰਚਾ ਕਰਨ ਦਾ ਮਤਲਬ ਲਗਜ਼ਰੀ ਤੇ ਖਰਚਾ ਕਰਨ ਦਾ ਤੁਸੀਂ ਨੇਰੀ ਠਾ ਰੱਖੀ ਆ। ਉਧਰੋਂ ਤੁਸੀਂ ਜਿਹੜੀ ਆ ਫ੍ਰੀ ਬੀਜ਼ ਤੁਸੀਂ ਆਪਦੇ ਪੋਲੀਟੀਕਲ ਬੈਨੀਫਿਟਸ ਕਰਕੇ, ਉਹ ਫ੍ਰੀ ਬੀਜ਼ ਦੀ ਗੱਲ ਉਹ ਹੋਈ ਸੀ ਕਿ ਅਸੀਂ ਪੈਸੇ ਲਿਆਵਾਂਗੇ। ਕੇਜਰੀਵਾਲ ਜੀ ਨੇ ਕਿਹਾ ਸੀ ਕਿ ਅਸੀਂ 43-44 ਹਜ਼ਾਰ ਕਰੋੜ ਦਾ ਰੈਵਨਿਊ ਅਸੀਂ ਸੋਚੀ ਬੈਠੇ ਹਾਂ ਕਿੱਥੋਂ ਆਊਗਾ, ਪਰ ਉਹ ਆਇਆ ਤਾਂ ਕਿਤੋਂ ਹੈ ਹੀ ਨਹੀਂ, ਹਵਾਈ ਗੱਲਾਂ ਸੀ। ਤੇ ਜੇ ਤੁਸੀਂ ਹੁਣ ਫ੍ਰੀ ਬੀਜ਼ ਦਿਓਗੇ ਤਾਂ ਕਿੱਥੋਂ ਆਉਣਗੀਆਂ? ਜਿਹੜੇ ਸਰਕਾਰੀ ਡਿਪਾਰਟਮੈਂਟ ਨੇ ਉਹਨਾਂ ਦਾ ਪਹਿਲਾਂ ਹੀ ਭੱਠਾ ਵਿਹਾ ਪਿਆ, ਹੋਰ ਨਾ ਬਹਾਓ। ਤੇ ਜਿਹੜੇ ਲੋਕਾਂ ਨੂੰ ਆ ਉਹ ਜਿਉਂ ਲੈਣ ਦਿਓ, ਅਦਰਵਾਈਜ਼ ਤੁਸੀਂ ਜਿਹੜੇ ਹਿਸਾਬ ਨਾਲ ਕਰਜ਼ਾ ਲੈਂਦੇ ਪਏ ਹੋ ਤੇ ਤੁਸੀਂ 5 ਸਾਲਾਂ ਦੇ ਵਿੱਚ ਤਾਂ ਡਬਲ ਕਰ ਦੇਣਾ ਇਹਨੂੰ। ਅੱਛਾ ਮਾਨਕ ਜੀ, ਇੱਕ ਆਖਰੀ ਆਪਾਂ ਗੱਲ ਕਰਾਂਗੇ। ਇੱਕ ਚਰਚਾ ਹੋਰ ਚੱਲ ਰਹੀ ਹੈ ਕਿ MLA ਦੇ ਜਿਹੜੇ ਆਮ ਆਦਮੀ ਦੀ ਸਰਕਾਰ ਬਣੀ ਆ, ਇਹ ਤੋਂ ਪਹਿਲਾਂ ਕਹਿੰਦੇ ਹੁੰਦੇ ਸੀ ਕਿ ਜਿਹੜੇ ਉਦਘਾਟਨ ਨੇ ਜੀ ਇਹ ਤਾਂ ਮਜ਼ਦੂਰਾਂ ਤੇ ਕਰਵਾਵਾਂਗੇ, ਇਹ ਤਾਂ ਸੰਬੰਧਿਤ ਮਹਿਕਮਿਆਂ ਦੇ ਅਫਸਰ ਕਰਨਗੇ, ਹੈ ਨਾ, DC ਕਰਨਗੇ, ਜਾਂ ਹੋਰ ਉੱਥੇ ਹੱਥੀਂ ਕਿਹੜੇ ਕੰਮ ਕਰਦੇ ਨੇ ਉਹ ਮਜ਼ਦੂਰ ਕਰਨਗੇ। ਪਰ ਹੁਣ ਇੱਕ ਚਰਚਾ ਛਿੜੀ ਪਈ ਹੈ ਕਿ MLA ਦਾ ਇੱਕ ਘਰ ਵਾਲਾ ਉਦਘਾਟਨ ਕਰ ਗਿਆ।
ਦੇਖੋ ਜੀ ਇਹ ਭਗਵੰਤ ਮਾਨ ਜੀ ਸਰਕਾਰ ਉਹ ਹੈ ਜਿਹੜੀ ਕਿ ਪਹਿਲਾਂ ਵੱਡੀਆਂ ਵੱਡੀਆਂ ਗੱਲਾਂ ਕਰਦੀ ਹੈ ਹਰ ਇੱਕ ਥਾਂ ਤੇ, ਉਦੋਂ ਬਾਅਦ ਕਿਸੇ ਤੇ ਵੀ ਖਰੀ ਨਹੀਂ ਉਤਰਦੀ। ਭਗਵੰਤ ਮਾਨ ਜੀ ਨੇ ਕਿਹਾ ਸੀ ਕਿ ਜਿਹੜੇ ਉਦਘਾਟਨ ਹੋਣਗੇ ਉਹ ਮਜ਼ਦੂਰ ਕਰਨਗੇ, ਉਹਨਾਂ ਦੇ ਨਾਂ ਤੇ ਮਜ਼ਦੂਰ ਲਿਖੇ, ਪਰ ਮਜ਼ਦੂਰਾਂ ਦੇ ਨਾਂ ਤੁਹਾਨੂੰ ਕਿਤੇ ਦਿਖਦੇ ਨਹੀਂ। ਉਹਨਾਂ ਨੇ ਪਹਿਲਾਂ ਕਿਹਾ ਸੀ ਕਿ ਜਿਹੜੇ ਨੀਂਹ ਪੱਥਰ ਨੇ ਉਹਨਾਂ ਤੇ ਖਰਚਾ ਲਿਖਿਆ ਕਰਾਂਗੇ, ਪਰ ਖਰਚਾ ਵੀ ਕਿਤੇ ਦਿਖਦਾ ਨਹੀਂ। ਹੁਣ ਉਹਨਾਂ ਦੇ ਪਿੱਛੇ ਜੇ ਮਹੀਨਾ 2 ਮਹੀਨੇ ਪਹਿਲਾਂ ਕੁਲਦੀਪ ਧਾਲੀਵਾਲ ਜੀ ਜਿਹੜੇ ਮੰਤਰੀ ਨੇ, ਪੰਚਾਇਤੀ ਮੰਤਰੀ ਆਪਣੇ, ਉਹਨਾਂ ਨੇ ਕਿਹਾ ਸੀ ਕਿ ਕੋਈ ਵੀ ਜਿਹੜੀ ਲੇਡੀ ਸਰਪੰਚ ਹੈ ਉਹਦਾ ਜਿਹੜਾ ਪਤੀ ਜਾਂ ਮੁੰਡਾ ਘਰ ਵਾਲਾ ਕੋਈ ਉਹ ਅੱਗੇ ਆ ਕੇ ਕੰਮਾਂ ਦੇ ਵਿੱਚ ਜਾਂ ਮੀਟਿੰਗਾਂ ਦੇ ਵਿੱਚ ਹਿੱਸਾ ਨਾ ਲਵੇ, ਜਿਹੜੀ ਸਰਪੰਚ ਹੈ ਉਹ ਆਪ ਆਵੇ। ਪਰ ਉਸ ਦੇ ਉਲਟ ਤੁਸੀਂ ਦੇਖਿਆ ਕਿ ਕੱਲ੍ਹ ਜਿਹੜੇ ਆਪਣੇ MLA ਨੇ ਸੰਗਰੂਰ ਦੇ ਭਰਾ ਜੀ, ਉਹਨਾਂ ਦੇ ਹਸਬੈਂਡ ਉਦਘਾਟਨ ਕਰਦੇ ਪਏ ਸੀ। ਭਗਵੰਤ ਮਾਨ ਜੀ ਦੇ ਆਪਣੇ ਵਾਈਫ ਜਿਨ੍ਹਾਂ ਕੋਲੇ ਕੋਈ ਅਹੁਦਾ ਨਹੀਂ, ਉਦਘਾਟਨ ਕਰਦੇ ਪਏ ਹੈਗੇ ਪ੍ਰੋਗਰਾਮਾਂ ਦੇ, ਉਹਨਾਂ ਦੇ ਸਾਰਾ ਪਰਿਵਾਰ ਉਦਘਾਟਨ ਕਰਦਾ ਪਿਆ। ਇਸੇ ਤਰੀਕੇ ਜਿਹੜੇ ਪਹਿਲਾਂ ਮੰਤਰੀ ਸੀ ਫੌਜਾ ਸਿੰਘ ਸਰਾਰੀ, ਉਹਨਾਂ ਦੀ ਬੇਟੀ ਪੁਲਿਸ ਵਾਲੇ ਲੈ ਕੇ ਉਦਘਾਟਨ ਕਰਦੇ ਫਿਰਦੇ ਸੀ। ਇਸੇ ਤਰ੍ਹਾਂ ਤੇ ਹੋਰ ਵੀ ਬਹੁਤ ਸਾਰੀਆਂ ਜਿਹੜੀਆਂ ਗੱਲਾਂ ਨੇ ਸਾਹਮਣੇ ਆਈਆਂ ਨੇ। ਜਿਹੜੇ ਮੰਤਰੀ ਹੈ ਤੇ MLAs ਨੇ, ਉਹਨਾਂ ਦੇ ਪਰਿਵਾਰਕ ਮੈਂਬਰ ਜਿਨ੍ਹਾਂ ਕੋਲੇ ਕੋਈ ਸੰਵਿਧਾਨਕ ਅਹੁਦਾ ਨਹੀਂ, ਉਹ ਗਨਮੈਨ ਲਈ ਫਿਰਦੇ ਨੇ, ਉਹ ਸਰਕਾਰੀ ਗੱਡੀਆਂ ਲਈ ਫਿਰਦੇ ਨੇ ਤੇ ਉਦਘਾਟਨ ਕਰਦੇ ਫਿਰਦੇ ਨੇ ਤੇ ਇੰਟਰਫੇਅਰ ਕਰਦੇ ਫਿਰਦੇ ਨੇ ਸਰਕਾਰੀ ਮਸਲਿਆਂ ਦੇ ਵਿੱਚ, ਜਿਹੜਾ ਕਿ ਆਪਾਂ ਕਹਿੰਦੇ ਆ ਵੀ ਜਿਹਦੀ ਨਿਖੇਧੀ ਭਗਵੰਤ ਮਾਨ ਜੀ ਕਰਦੇ ਰਹੇ, ਇਹਨਾਂ ਦੇ ਮੰਤਰੀ ਪਹਿਲਾਂ ਸੱਤਾ 'ਚ ਆਉਣ ਤੋਂ ਪਹਿਲਾਂ ਕਰਦੇ ਰਹੇ, ਹੁਣ ਉਹੀ ਆਪ ਕਰੀ ਜਾਂਦੇ ਨੇ। ਕੀ ਫਰਕ ਰਹਿ ਗਿਆ? ਖਾਸ ਕਰਕੇ ਫੋਟੋਆਂ। ਤੇ ਮੈਂ ਇਹੀ ਸਮਝਦਾ ਵੀ ਜਿਹੜੀਆਂ ਮੋਰਲ ਗੱਲਾਂ ਹੁੰਦੀਆਂ ਨੇ ਨਾ, ਇਹਨਾਂ ਦੇ ਵਿੱਚ ਆਮ ਆਦਮੀ ਪਾਰਟੀ ਦੂਜੀਆਂ ਗੱਲਾਂ ਦੇ ਨਾਲ ਮੋਰਲ ਗੱਲਾਂ ਦੇ ਵਿੱਚ ਵੀ ਫੇਲ ਹੋਈ ਹੈ। ਜਿਨ੍ਹਾਂ ਦੇ ਦਾਅਵੇ ਕੀਤੇ ਸੀ ਉਹਦੇ ਹੀ ਉਲਟ ਚੱਲਦੇ ਰਹੇ। ਜੀ ਸੋ ਸ਼ੁਕਰੀਆ ਮਾਨਕ ਜੀ, ਗੱਲਬਾਤ ਤੁਸੀਂ ਕੀਤੀ। ਸੋ ਇਹ ਸਨ ਮਾਨਕ ਗੋਇਲ, RT ਐਕਟਿਵਿਸਟ ਨੇ ਮਾਨਸਾ ਤੋਂ, ਜਿਨ੍ਹਾਂ ਨਾਲ ਗੱਲਬਾਤ ਕੀਤੀ। ਤੁਸੀਂ ਇਸ ਵੀਡੀਓ ਦਾ ਹਿੱਸਾ ਬਣੇ, ਤੁਹਾਡਾ ਧੰਨਵਾਦ।